ਹੁਣ ਅਸੀਂ ਜੋ ਬਣਾਉਂਦੇ ਹਾਂ ਅਸੀਂ ਕਹਿੰਦੇ ਹਾਂ ਦੁਨੀਆ ਦਾ ਨੰਬਰ 1 ਅਸੀਂ ਹਟਦੇ ਨਹੀਂ ਪਿੱਛੇ। ਦੁਨੀਆ ਇਸ ਵਾਸਤੇ ਈਰਸ਼ਾ ਵੀ ਕਰਦੀ ਹੈ, ਜੈਲਸ ਵੀ ਤੇ ਐਡਮਾਇਰ ਵੀ ਕਰਦੀ ਹੈ ਕਿ ਇੰਡੀਆ ਨੂੰ ਹੁਣ ਕੋਈ ਰੋਕ ਨਹੀਂ ਸਕਦਾ। ਦੇਖ ਲਵਾਂਗੇ ਕਿਹਦੇ ਚ ਇੰਨਾ ਦਮ ਹੈ ਸਾਨੂੰ ਰੋਕਣ ਦੀ ਕੋਸ਼ਿਸ਼ ਕਰੇ। ਇਹ ਜਿਹੜੇ ਹੈਗੇ ਨੇ 2 4 10 20 100 ਲੋਕ ਹੈਗੇ, ਇਹਨਾਂ ਨੂੰ ਪੈਸਾ ਆਉਂਦਾ, ਇਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ, ਇਹਨਾਂ ਨੂੰ ਪ੍ਰੋਵੋਕੇਸ਼ਨ ਮਿਲਦੀ ਹੈ, ਇਹਨਾਂ ਨੂੰ ਉਤਸ਼ਾਹਿਆ ਜਾਂਦਾ ਹੈ ਕਿ ਬਈ ਤੁਸੀਂ ਕੁਝ ਕਰੋ। ਕਿਉਂ? ਕਿਉਂਕਿ ਅੱਜ ਦੁਨੀਆ ਜਿਹੜਾ ਇੰਡੀਆ ਦਾ ਡਿਵੈਲਪਮੈਂਟ ਦੇਖ ਰਹੀ ਹੈ ਉਹ ਹੈਰਾਨ ਹੋ ਰਹੀ ਹੈ ਕਿ ਕਿਸ ਤਰ੍ਹਾਂ ਕਰ ਸਕਦੇ। ਭਲੇ ਹੀ ਉਹਨਾਂ ਦੇ ਕੋਲ ਡਰੋਨ ਹੈ, ਸਾਡੇ ਕੋਲ ਡਰੋਨਾਚਾਰਿਆ ਹੈ, ਅਸੀਂ ਉਹਨੂੰ ਸਮਝਾ ਦਿਆਂਗੇ, ਉਹਨਾਂ ਦੇ ਡਰੋਨਾਂ ਨੂੰ ਢਾ ਦਿਆਂਗੇ। ਇਹ ਬਹੁਤ ਜਲਦੀ ਅਸੀਂ ਇਹਦੇ ਉੱਪਰ ਕਾਬੂ ਪਾਵਾਂਗੇ ਕਿਉਂਕਿ ਹੁਣ ਸਾਰੀ ਦੁਨੀਆ ਦੁਖੀ ਹੈ, ਸਾਰੀ ਦੁਨੀਆ ਸਾਨੂੰ ਕਹਿ ਰਹੀ ਹੈ ਬਈ ਇੰਡੀਆ ਤੁਸੀਂ ਲੀਡ ਲਾਓ ਤੇ ਕੁਝ ਦੱਸੋ। ਸਵਾਲ ਇਹ ਹੈ ਕਿ ਅਮਰੀਕਾ ਨੂੰ ਭਾਰਤ ਦੀ ਜ਼ਰੂਰਤ ਹੈ ਜਾਂ ਭਾਰਤ ਨੂੰ ਅਮਰੀਕਾ ਦੀ ਜ਼ਰੂਰਤ ਹੈ? ਤੇ ਇਸ ਸਮੇਂ ਜਵਾਬ ਬਿਲਕੁਲ ਸਪਸ਼ਟ ਹੈ। ਚਾਈਨਾ ਚਲਾ ਗਿਆ, ਰੂਸ ਚਲਾ ਗਿਆ, ਇੱਕੋ ਦੇਸ਼ ਬਚਿਆ ਹੈਗਾ ਜਿਹਦੇ ਨਾਲ ਅੱਜ ਅਮਰੀਕਾ ਦੋਸਤੀ ਕਰਨਾ ਚਾਹੁੰਦਾ ਹੈ ਤੇ ਕਹਿੰਦਾ ਟਾਈਗਰ ਭੂਲ ਚੂਕ ਮਾਫ, ਜੋ ਪਹਿਲੇ ਹੋਇਆ ਸੀ ਮਾਫ ਕਰ ਦੇ, ਹੁਣ ਅਸੀਂ ਦੋਸਤੀ ਕਰਾਂਗੇ ਤੇ ਅਸੀਂ ਤਿਆਰ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਐਕਸਕਲੂਸਿਵ ਦੈਨਿਕ ਸਵੇਰਾ ਟੀਵੀ ਦੇ ਉੱਤੇ ਇੱਕ ਇੰਟਰਵਿਊ ਤੁਹਾਨੂੰ ਦਿਖਾਉਣ ਵਾਲੀ ਹੈ। ਇਹ ਇੰਟਰਵਿਊ ਬਹੁਤ ਇੰਪੋਰਟੈਂਟ ਇਸ ਲਈ ਹੈ ਕਿ ਪੀਐਮ ਮੋਦੀ ਦੇ ਸਲਾਹਕਾਰ, ਸਪੈਸ਼ਲ ਸਲਾਹਕਾਰ ਦੀਪਕ ਵੋਰਾ ਜੀ ਅਫਰੀਕਾ ਵਿੱਚ ਸਲਾਹਕਾਰ ਹੈਗਾ, ਹਿੰਦੁਸਤਾਨ 'ਚ ਨਹੀਂ। ਸਰ ਉੱਦਾਂ ਤੁਸੀਂ ਹਮੇਸ਼ਾ ਕਹਿੰਦੇ ਹੋ ਕਿ ਹੀ ਇਜ਼ ਅ ਇਨਸਪੀਰੇਸ਼ਨ ਟੂ ਯੂ, ਪ੍ਰਧਾਨ ਮੰਤਰੀ ਮੋਦੀ ਦੀ ਜਦ ਵੀ ਗੱਲ ਕਰਦੇ ਨੇ ਤਾਂ ਇੰਨੇ ਸਾਲਾਂ ਦੇ ਵਿਚਕਾਰ ਸਰ ਤੁਸੀਂ ਕੀ ਕੁਝ ਦੇਖਿਆ ਹੈ, ਕੀ ਕੁਝ ਲੱਗਿਆ ਬਦਲਾਵ? ਕਿਉਂਕਿ ਭਾਰਤ ਦਾ ਤੁਸੀਂ ਹੁਣ ਵੀ ਜ਼ਿਕਰ ਕਰ ਰਹੇ ਸੀ, ਅਸੀਂ ਬਹੁਤ ਅੱਗੇ ਚੱਲ ਰਹੇ ਨੇ, ਭਵਿੱਖ ਵਿੱਚ ਅਸੀਂ ਅੱਗੇ ਨੇ, ਪਰ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਹੁਣ ਨੀਤੀਆਂ ਜੇ ਮੁੱਦੇ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਬਹੁਤ ਜ਼ਰੂਰੀ ਹੈ। आभारी हाँ कि आप जी ने ये मौका दिता आपके शानदार चैनल पर शरीक होने का, आप दे नाल गल करन दा। मैं पहले स्पष्ट कर दिया कि 3 अफ्रीकी देश है जिथे उत्थों दे प्रधानमंत्रियों का मैं विशेष सलाहकार हैगा, नॉट इन इंडिया। तो कारगिल लेह विच भी मैं स्पैशल एडवाइज़र हैगा। तुसीं अज सवाल पूछा हैगा कि किहड़ा परिवर्तन असीं देख रहे हैं पिछले 8-9 सालां च। मैं बहुत स्टडी की हैगी है जिहड़ी डिवेलपिंग कंट्रीज़ हैगे पोस्ट कलोनीअल एक्सपीरियंस, जिहड़ी पहले कॉलोनीज़ होंदियां सी, वो किस तरह उन्हां दी डिवेलपमेंट चलदी है। इहदे विच 3 चीज़ां बहुत जरूरी हैगियां। पहला हुंदा आत्म विश्वास, सैल्फ कॉन्फिडेंस, दूसरा हुंदा सैल्फ एस्टीम जिन्होंने असीं कहने आत्म सम्मान, ते तीसरा हुंदी आत्मनिर्भरता, सैल्फ रिलायंस। मिसाल के तौर पर जिहड़ी भी सोसाइटी जिहदा रेनेसांस शुरू हुंदा, जिहदा नवां जीवन हुंदा है, उस सोसाइटी ਨੂੰ ਅਸੀਂ ਦੇਖਦੇ ਹਾਂ ਕਿਸ ਤਰ੍ਹਾਂ ਅੱਗੇ ਦੌੜਦੀ। ਜਾਪਾਨ 'ਚ 1860 'ਚ ਹੋਇਆ ਸੀ ਮੇਜੀ ਰੈਸਟੋਰੇਸ਼ਨ, ਸ਼ਹਿਨशाह ਵਾਪਸ ਆਏ, ਸ਼ੋਗੁਨ ਨੂੰ ਬਾਹਰ ਕਰਤਾ। ਰੂਸ ਨੇ ਪਹਿਲੇ ਵਿਸ਼ਵ ਯੁੱਧ ਤੋਂ ਪਿੱਛੇ ਹਟ ਗਿਆ ਸੀ, ਕਹਿੰਦਾ ਮੈਂ ਕਿਉਂ ਲੜ ਰਿਹਾ। ਸੋਵੀਅਤ ਰੈਵੋਲੂਸ਼ਨ ਹੋਇਆ, ਉਹ ਕਿੱਥੋਂ ਤੋਂ ਕਿੱਥੋਂ ਪਹੁੰਚ ਗਿਆ। ਚੀਨ 'ਚ ਕਮਿਊਨਿਸਟ ਰੈਵੋਲੂਸ਼ਨ ਹੋਇਆ, ਉਹ ਵੀ ਕਾਫੀ ਅੱਗੇ ਵਧ, ਹੁਣ ਤਾਂ ਖੈਰ ਬਰਬਾਦ ਹੋ ਗਏ। ਹੁਣ ਭਾਰਤ ਵਿੱਚ और रेनोवेशन रिन्यूअल शुरू हो चुका है। मैं जरा देख रहे हैं इस समय इंडिया विच पिछले 8-9 साल किन्ने असी वर्ल्ड रिकॉर्ड कायम करते हैं, जड़ा इंफ्रास्ट्रक्चर असी बना रहे हैं। तुहाडे राज्य पंजाब देख रहे हैं, असी हरियाणा देख रहे हैं, असी चंडीगढ़ देख रहे हैं। किहड़ा देश हैगा जड़ा 45 मिनट 1 किलोमीटर हाईवे बनाता हैगा वर्ल्ड क्लास? किहड़ा देश हैगा जिहड़े हर 2 सेकंड दे विच एक शौचालय बनाता है? किहड़ा देश हैगा जो 1 सेकंड विच 2 बैंक अकाउंट खोलता हैगा? किहड़ा देश हैगा जिथे 42 करोड़ डिजिटल ट्रांजैक्शन एवरीडे होंदे ते 3/4 हिस्सा 3/4 ਉਹਦਾ GDP ਜਿਹੜਾ ਹੈਗਾ ਉਹ डिजिटल दुनिया तो आता है। ਇਹ इंडिया हैगा। ਹੁਣ जब मैं छोटा सी आप जी की उम्र का, ਹੁਣ तो मेरी उम्र 72 साल की हो गई, मैं तो ਹੁਣ बुजुर्ग हो गया। जब मैं छोटी उम्र का ਹੁੰਦਾ ਸੀ, ਅਸੀਂ ਕਹਿੰਦੇ ਸੀ ਬਈ ਇਹ ਜਿਹੜਾ ਬਣਾ ਰਹੇ ਨੇ ਇਹ ਦੇਸ਼ ਦੀ ਰਾਜ, ਦਿੱਲੀ ਸਭ ਤੋਂ ਵੱਡਾ ਹੈ। ਫਿਰ ਕਹਿੰਦੇ ਸੀ ਨਹੀਂ ਇਹ ਇੰਡੀਆ 'ਚ ਸਭ ਤੋਂ ਵੱਡਾ ਹੈ, ਫਿਰ ਕਹਿੰਦੇ ਏਸ਼ੀਆ 'ਚ ਸਭ ਤੋਂ ਵੱਡਾ ਹੈ। ਹੁਣ ਅਸੀਂ ਜੋ ਬਣਾਉਂਦੇ ਹਾਂ ਅਸੀਂ ਕਹਿੰਦੇ ਹਾਂ ਦੁਨੀਆ ਦਾ ਨੰਬਰ 1 ਹੈ, ਅਸੀਂ ਹਟਦੇ ਨਹੀਂ ਪਿੱਛੇ। ਦੁਨੀਆ ਇਸ ਵਾਸਤੇ ਈਰਸ਼ਾ ਵੀ ਕਰਦੀ ਹੈ, ਜੈਲਸ ਵੀ ਤੇ ਐਡਮਾਇਰ ਵੀ ਕਰਦੀ ਹੈ ਕਿ ਇੰਡੀਆ ਨੂੰ ਹੁਣ ਕੋਈ ਰੋਕ ਨਹੀਂ ਸਕਦਾ। ਦੇਖ ਲਵਾਂਗੇ ਕਿਹਦੇ 'ਚ ਇੰਨਾ ਦਮ ਹੈ ਸਾਨੂੰ ਰੋਕਣ ਦੀ ਕੋਸ਼ਿਸ਼ ਕਰੇ। ਸਰ ਕਿਉਂਕਿ ਕੋਵਿਡ ਦੇ ਸੀਰੀਜ਼ ਦੇ ਵਿਚਕਾਰ ਆਪਾਂ ਕਹੀਏ ਪੋਸਟ ਕੋਡ ਜਲ ਚੱਲ ਰਿਹਾ ਸੀਗਾ, ਆਪਾਂ ਬਹੁਤ ਸਾਰੇ ਦੇਸ਼ਾਂ ਨੂੰ ਦਵਾਈਆਂ ਵੀ ਦਿੱਤੀਆਂ, ਪ੍ਰਦਾਨ ਕੀਤੀਆਂ, ਇੱਕ ਵੱਡੀ ਉਪਲਬਧੀ ਹੈਗੀ ਹੈ। ਲੇਕਿਨ ਇਹਨਾਂ ਵੱਡੀਆਂ ਉਪਲਬਧੀਆਂ ਦੇ ਦੌਰਾਨ ਤੁਸੀਂ ਸਿਆਸੀ ਚੀਜ਼ਾਂ ਨੂੰ ਕਿਵੇਂ ਵੇਖਦੇ ਹੋ? ਅਗਰ ਦੂਤਾਵਾਸ ਦੀ ਗੱਲ ਕੀਤੀ ਜਾਵੇ, ਭਾਰਤੀ ਦੂਤਾਵਾਸ ਦੇ ਬਾਹਰ ਖਾਲਿਸਤਾਨ ਸਮਰਥਕ ਦੇ ਨਾਅਰੇ ਲੱਗਦੇ ਨੇ, ਉਸ ਨੂੰ ਕਿਵੇਂ ਵੇਖਦੇ ਹੋ? ਕਿਉਂਕਿ ਬਾਹਰ ਬੈਠੇ ਲੋਕਾਂ ਨੂੰ ਤੇ ਭਾਰਤ ਵਿੱਚ ਬੈਠੇ ਲੋਕਾਂ ਨੂੰ ਕਿਤੇ ਨਾ ਕਿਤੇ ਇਹ ਅੰਦੇਸ਼ਾ ਜ਼ਰੂਰ ਰਹਿੰਦਾ ਕਿ ਆਖਿਰ ਚੱਲ ਕੀ ਰਿਹਾ ਹੈ।
ਮੈਂ ਆਪ ਜੀ ਨੂੰ ਸਪਸ਼ਟ ਰੂਪ ਨਾਲ ਸਮਝਾਣਾ, ਆਪ ਜਾਣਦੇ ਹੋ ਕਿ ਇੰਗਲੈਂਡ ਵਿੱਚ ਲੰਡਨ ਵਿੱਚ ਥੋੜੇ ਬਹੁਤ ਡੈਮੋਨਸਟ੍ਰੇਸ਼ਨ ਹੋਈ ਸੀ, ਕੁਝ 2-4 ਬੇਵਕੂਫ ਲੋਕ ਆ ਗਏ ਸੀ। ਜ਼ਿਆਦਾਤਰ ਇਹ ਜਿਹੜੇ ਲੋਕੀ ਉੱਥੇ ਨੌਟੰਕੀ ਕਰ ਰਹੇ ਸੀ ਇਹ ਅਨਐਮਪਲੋਇਡ ਹੈਗੇ ਨੇ, ਅੰਡਰ ਐਮਪਲੋਇਡ ਹੈਗੇ ਨੇ, ਉਹ ਚਲੇ ਗਏ ਲੀਗਲੀ ਇਲੀਗਲੀ ਉੱਥੇ। ਬ੍ਰਿਟਨ ਤੇ ਬੜੀ ਰੇਸਿਸਟ ਸੁਸਾਇਟੀ ਹੈ, ਰੰਗ ਦਾ ਉਹਨਾਂ ਨੂੰ ਭੇਦਭਾਵ ਬਹੁਤ ਮਾਨਤਾ ਰੱਖਦੇ ਤੇ ਇਹ ਲੋਕ ਮੈਲ ਐਡਜਸਟਡ ਹੈ, ਫਿਟ ਨਹੀਂ ਹੁੰਦੇ। ਇਹ ਆਪਣੇ ਵਾਸਤੇ ਕੋਈ ਰੈਲੇਵੈਂਸ ਲੱਭਦੇ ਹੈਗੇ ਤੇ ਇਹਨਾਂ ਨੇ ਉਹ ਸ਼ੁਰੂ ਕਰਤਾ। ਹੁਣ ਪਹਿਲੀ ਵਾਰ ਭਾਰਤ ਦੇ ਇਤਿਹਾਸ ਵਿੱਚ ਅਸੀਂ ਸਾਡੀ ਆਪਣੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੂੰ ਭੇਜਿਆ ਉੱਥੇ। ਉਹਨਾਂ ਨੇ ਜਾ ਕੇ ਸਾਰੇ ਸੋਸ਼ਲ ਮੀਡੀਆ ਤੇ ਜਿਹੜੇ ਲੋਕਾਂ ਨੇ ਬੜੀ ਸ਼ੇਖੀਆਂ ਮਾਰ ਰਹੇ ਸੀ, ਆਪਣੀ ਫੋਟੋ ਖਿੱਚ ਕੇ ਸੋਸ਼ਲ ਮੀਡੀਆ ਤੇ ਪੋਸਟ ਕਰ ਰਹੇ ਸੀ, ਅਸੀਂ ਸਭ ਨੂੰ ਫੜ ਲਿਆ। 40 ਬੰਦਿਆਂ ਨੂੰ ਤੇ ਅਸੀਂ ਆਈਡੈਂਟੀਫਾਈ ਕਰ ਲਿਆ। ਇੱਕ ਚੀਜ਼ ਬੜੀ ਦਿਲਚਸਪ ਬਾਤ ਮੈਂ ਤੁਹਾਨੂੰ ਹੋਰ ਦੱਸਣਾ, ਐਂਡ ਆਈ ਹੈਵ ਨੋ ਹੈਜ਼ੀਟੇਸ਼ਨ ਇਨ ਸ਼ੇਅਰਿੰਗ ਦਿਸ। ਇਹ ਜਿਹੜੇ 40 ਬੰਦਿਆਂ ਨੂੰ ਆਈਡੈਂਟੀਫਾਈ ਕੀਤਾ, ਇਹਨਾਂ 'ਚ ਕੁਝ ਲੋਕ ਹੈਗੇ ਜਿਹੜੇ ਆ ਕੇ ਕਹਿੰਦੇ ਬਈ ਸਾਨੂੰ ਬਖਸ਼ ਦਿਓ, ਸਾਨੂੰ ਪਤਾ ਨਹੀਂ ਸੀ ਅਸੀਂ ਕੀ ਕਰ ਰਹੇ, ਅਸੀਂ ਅਪਰੂਵਰ ਬਣ ਜਾਂਦੇ ਹਾਂ, ਅਸੀਂ ਸਟੇਟ ਵਿਟਨੈਸ ਬਣ ਕੇ ਬਾਕੀ ਸਭ ਦੀ ਪੋਲ ਖੋਲ ਦੇਣੇ। ਮੈਂ ਕਿਹਾ ਕਿਉਂ, ਹੁਣ ਤੁਹਾਨੂੰ ਕਿਉਂ ਤਕਲੀਫ ਹੋ ਰਹੀ? ਉਸ ਵੇਲੇ ਤੇ ਬੜੀ ਬੜੀ ਗੱਲਾਂ ਕਰਦੇ ਸੀ। ਮੈਡਮ ਇਹ ਜਿਹੜੇ ਹੈਗੇ 2 4 10 20 100 ਲੋਕ ਹੈਗੇ, ਇਹਨਾਂ ਨੂੰ ਪੈਸਾ ਆਉਂਦਾ ਹੈ, ਇਹਨਾਂ ਨੂੰ ਇਨਸਪੀਰੇਸ਼ਨ ਮਿਲਦੀ ਹੈ, ਇਹਨਾਂ ਨੂੰ ਪ੍ਰੋਵੋਕੇਸ਼ਨ ਮਿਲਦੀ ਹੈ, ਇਹਨਾਂ ਨੂੰ ਉਤਸ਼ਾਹਿਆ ਜਾਂਦਾ ਹੈ ਕਿ ਬਈ ਤੁਸੀਂ ਕੁਝ ਕਰੋ। ਕਿਉਂ? ਕਿਉਂਕਿ ਅੱਜ ਦੁਨੀਆ ਜਿਹੜਾ ਇੰਡੀਆ ਦਾ ਡਿਵੈਲਪਮੈਂਟ ਦੇਖ ਰਹੀ ਹੈ ਉਹ ਹੈਰਾਨ ਹੋ ਰਹੀ ਹੈ ਕਿ ਕਿਸ ਤਰ੍ਹਾਂ ਕਰ ਸਕਦੇ ਹਾਂ। ਜਿਹੜੀ ਅਸੀਂ ਸੜਕਾਂ ਬਣਾ ਰਹੇ ਹਾਂ, ਪੋਰਟਸ ਬਣਾ ਰਹੇ ਹਾਂ, ਹਵਾਈ ਅੱਡੇ ਬਣਾ ਰਹੇ ਹਾਂ, 500 ਨਏ ਹਵਾਈ ਜਹਾਜ਼ ਦਾ ਆਰਡਰ ਦੇ ਰਹੇ ਹਾਂ, ਦੁਨੀਆ ਬੌਖਲਾ ਰਹੀ ਹੈ ਕਿ ਇਹ ਕੀ ਹੋ ਰਿਹਾ, ਇਹ ਕੌਣ ਸੀ ਨਵੀਂ ਤਾਕਤ ਇਸੇ ਆ ਰਹੀ ਹੈ। ਜਿਹੜੇ ਪੱਛਮੀ ਦੇਸ਼ ਹੈਗੇ ਨੇ, ਸੈਕਿੰਡ ਵਰਲਡ ਵਾਰ ਦੇ ਬਾਅਦ ਉਹਨਾਂ ਨੇ ਇੱਕ ਸਿਸਟਮ ਬਣਾਇਆ ਸੀ, ਉਹ ਦੇਖ ਰਹੇ ਨੇ ਉਹਨਾਂ ਦੀ ਅੱਖਾਂ ਦੇ ਸਾਹਮਣੇ ਉਹ ਸਿਸਟਮ ਖਤਮ ਹੋ ਰਿਹਾ, ਉਹਨੂੰ ਖਤਮ ਨਹੀਂ ਹੋਣ ਦੇ ਰਹੇ। ਕਿਉਂਕਿ ਜਿਹੜਾ ਨਵਾਂ ਸਿਸਟਮ ਆ ਰਿਹਾ ਹੈ ਉਹਦੇ 'ਚ ਸਭ ਤੋਂ ਅਹਿਮ ਭੂਮਿਕਾ ਇੰਡੀਆ ਦੀ ਹੋਏਗੀ। ਸਰ ਕਿਵੇਂ ਵੇਖਦੇ ਹੋ, ਅਗਰ ਗੱਲ ਕੀਤੀ ਜਾਵੇ ਡਰੱਗ ਨੈਕਸਸ, ਟੈਰਰਿਸਟ ਨੈਕਸਸ ਤੇ ਉਸ ਦੇ ਨਾਲ ਗੈਂਗਸਟਰ ਨੈਕਸਸ, ਇਹ ਸਾਰੇ ਚ ਨੈਕਸਸ ਮਿਲ ਕੇ, ਕਿਉਂਕਿ ਆਪਾਂ ਜਦ ਸਰਹੱਦੀ ਇਲਾਕਿਆਂ ਦੀ ਗੱਲ ਕਰਦੇ ਨੇ, ਕਿਉਂਕਿ ਪੰਜਾਬ ਵੀ ਅਜਿਹਾ ਸੂਬਾ ਜਿਸ ਦਾ ਸਰਹੱਦੀ ਇਲਾਕਿਆਂ ਦਾ ਬਹੁਤ ਜ਼ਿਆਦਾ ਹੈਗਾ, ਬਹੁਤ ਸਾਰੇ ਡਰੋਨ ਐਕਟੀਵਿਟੀਜ਼ ਆਉਂਦੇ ਨੇ। ਕਿਉਂਕਿ ਤੁਸੀਂ ਬਾਹਰ ਰਹਿੰਦੇ ਹੋ, ਤੁਸੀਂ ਕਹਿੰਦੇ ਹੋ ਮੈਂ ਅਫਰੀਕੀ ਦੇ 3 ਪ੍ਰਧਾਨ ਮੰਤਰੀਆਂ ਸਪੈਸ਼ਲ ਐਡਵਾਈਜ਼ਰ ਹੈ, ਲੇਕਿਨ ਕਿਤੇ ਨਾ ਕਿਤੇ ਅਸੀਂ ਹਾਲੇ ਵੀ ਕਹਿ ਰਹੇ ਨੇ ਕਿ ਤੁਸੀਂ ਪ੍ਰਧਾਨ ਮੰਤਰੀ ਮੋਦੀ ਦੀ ਸਪੈਸ਼ਲ ਐਡਵਾਈਜ਼ਰ ਹੋ। ਸਰ ਇੰਨੀ ਸਾਰੀ ਚੀਜ਼ਾਂ ਦੇ ਉੱਤੇ ਨਕੇਲ ਕੱਸਣਾ, ਕਿਉਂਕਿ ਕਹਿੰਦੇ ਗ੍ਰਹਿ ਮੰਤਰੀ ਨੇ ਵੀ ਕਿਤੇ ਨਾ ਕਿਤੇ NIA ਨੂੰ ਆਦੇਸ਼ ਦਿੱਤੇ ਨੇ, ਇਹ ਛੱਤ ਤੋਂ ਜਲਦ ਜੋ ਹੈ ਇਹ ਨਾ ਨੈਕਸਸ ਨੂੰ ਤੋੜਿਆ ਜਾ ਸਕੇ ਤਾਂ ਮਾਹੌਲ ਜੋ ਹੈ ਵਧੀਆ ਕੀਤਾ ਜਾ ਸਕੇ। आप जी ने बहुत बढ़िया सवाल पूछा है ना, आई कंग्रेचुलेट यू, वेरी इंटेलिजेंट क्वेश्चन, यू आर वेरी गुड इंसिडेंटली एज एन एंकर। ਜਿਹੜਾ ਟੈਰਰ ਹੈਗਾ, ਆਤੰਕ, ਪੈਸਾ ਕਿੱਥੋਂ ਆਉਂਦਾ ਹੈ? ਇੱਕ ਦੇਸ਼ ਸਾਡਾ ਪੜੋਸੀ ਹੈਗਾ, ਉਹ ਪਹਿਲੇ ਪੈਸਾ ਦਿੰਦਾ ਰਹਿੰਦਾ ਸੀ, ਕੁਝ ਅਮਰੀਕੀਆਂ ਤੋਂ ਪੈਸੇ ਮਿਲ ਗਏ ਅਫਗਾਨ ਯੁੱਧ ਵਾਸਤੇ, ਫਿਰ ਕਿਸੇ ਹੋਰ ਤੋਂ ਮਿਲ ਗਏ, ਇੱਥੋਂ ਮਿਲ ਗਏ, ਉੱਥੋਂ ਮਿਲ ਗਏ, ਉਹ ਪੈਸਾ ਆਤੰਕੀਆਂ ਨੂੰ ਦਿੰਦਾ ਸੀ ਬਈ ਜਾ ਕੇ ਇੰਡੀਆ ਨੂੰ ਤੰਗ ਕਰੋ। ਮੈਂ ਤੁਹਾਨੂੰ ਮਿਸਾਲ ਦੇ ਤੌਰ ਤੇ ਇੱਕ ਬੜੀ ਮਜ਼ੇਦਾਰ ਗੱਲ ਸੁਣਾਉਣ। ਮੇਰੇ ਇੱਕ ਜਰਨਲਿਸਟ ਫਰੈਂਡ ਹੈਗੇ ਤੇ ਉਹ ਦੁਬਈ ਵਿੱਚ ਕੋਈ ਟਰੈਕ 2 ਮੀਟਿੰਗ ਹੋ ਰਹੀ ਸੀ, ਕੁਝ ਪਾਕਿਸਤਾਨ ਦੇ ਰਿਟਾਇਰਡ ਬ੍ਰਿਗੇਡੀਅਰਸ ਸੀ ਤੇ ਕੁਝ ਹੋਰ ਸੀ, ਸਾਡਾ ਜਰਨਲਿਸਟ ਦੋਸਤ ਵੀ ਸੀ। ਤੇ ਮੀਟਿੰਗ ਵਿੱਚ ਜਰਨਲਿਸਟ ਦੋਸਤ ਨੂੰ ਪੁੱਛਿਆ ਗਿਆ ਕਿ ਬਈ ਜਿਹੜਾ ਇੰਡੀਆ ਡਿਫੈਂਸ ਤੇ ਖਰਚ ਕਰ ਰਿਹਾ ਹੈ ਉਹ ਕਿਉਂ ਕਰ ਰਿਹਾ? ਉਹਨੇ ਕਿਹਾ ਜੀ ਦੇਖੋ, ਸਾਡਾ ਜਿਹੜਾ ਇਸ ਵੇਲੇ ਇਹ ਜਰਨਲਿਸਟ ਦਾ ਵਿਊ ਪੁਆਇੰਟ ਸੀ, ਸਾਡਾ ਜਿਹੜਾ ਫਰਸਟ ਐਨੀਮੀ ਇਸ ਵੇਲੇ ਹੈਗਾ ਉਹ ਚਾਈਨਾ ਹੈਗਾ, ਉਹਨੂੰ ਕੰਟੇਨ ਕਰਨਾ ਹੈ। ਤੇ ਉਹ ਪਾਕਿਸਤਾਨੀ ਬ੍ਰਿਗੇਡੀਅਰ ਸਾਹਿਬ ਖੜੇ ਹੋ ਕੇ ਕਹਿੰਦੇ ਬਿਲਕੁਲ ਨਹੀਂ, ਅਸੀਂ ਤੁਹਾਡੇ ਦੁਸ਼ਮਣ ਹੈਗੇ ਆ, ਚੀਨ ਤੁਹਾਡਾ ਦੁਸ਼ਮਣ ਨਹੀਂ ਹੈਗਾ। ਕਿਉਂਕਿ ਉਹਨਾਂ ਨੂੰ ਬਚਪਨ ਤੋਂ ਸਿਖਾਇਆ ਜਾਂਦਾ ਹੈ ਕਿ ਅਸੀਂ ਦੁਸ਼ਮਣ ਹੈਗੇ ਆ ਨੰਬਰ 1 ਇੰਡੀਆ ਦੇ। ਹੁਣ ਇੰਡੀਆ ਉਹਨਾਂ ਨੂੰ ਇਗਨੋਰ ਕਰਦਾ, ਉਹਨਾਂ ਨੂੰ ਅੱਗ ਲੱਗ ਰਹੀ ਹੈਗੀ, ਇੰਡੀਆ ਮੇਰੀ ਗੱਲ ਨਹੀਂ ਕਰਦਾ, ਇੰਡੀਆ ਮੇਰੀ ਪਰਵਾਹ ਨਹੀਂ ਕਰਦਾ ਹੈਗਾ। ਇਹ ਅਸੀਂ ਪਰਿਵਰਤਨ ਦੇਖ ਰਹੇ ਹਾਂ। ਜਿਹੜਾ ਪੈਸਾ ਇਸ ਵੇਲੇ ਟੈਰਰਿਜ਼ਮ 'ਚ ਆ ਰਿਹਾ ਉਹ ਨਾਰਕੋਟਿਕਸ ਦੇ ਥਰੂ ਆ ਰਿਹਾ। ਇਹ ਜਿਹਨਾਂ ਨੇ ਗਦਰ ਸ਼ਦਰ ਪੋਰਟ ਬਣਾ ਰੱਖਿਆ ਹੈ ਉਹ ਬਲੂਚਿਸਤਾਨ ਵਿੱਚ, ਸਾਨੂੰ ਪੂਰੀ ਇਨਫੋਰਮੇਸ਼ਨ ਹੈਗੀ ਹੈ ਕਿ ਅਫਗਾਨਿਸਤਾਨ ਤੋਂ ਇਹ ਆਉਂਦੇ ਨੇ ਡਰੱਗਸ ਤੇ ਉੱਥੋਂ ਫਿਰ ਚਲੇ ਜਾਂਦੇ ਨੇ ਅਮਰੀਕਾ ਨੂੰ, ਚਲੇ ਜਾਂਦੇ ਨੇ ਯੂਰਪ ਨੂੰ, ਚਲੇ ਜਾਂਦੇ ਨੇ ਅਫਰੀਕਾ ਨੂੰ, ਚਲੇ ਜਾਂਦੇ। ਕਈ ਵਾਰ ਅਸੀਂ ਸ਼੍ਰੀਲੰਕਾ ਦੇ ਕੋਸਟ, ਇੰਡੀਆ ਦੇ ਕੋਸਟ ਤੋਂ ਫੜਦੇ ਹੈਗੇ ਆ ਬੰਦਿਆਂ ਨੂੰ, ਇਹ ਸਭ ਆਉਂਦਾ ਪਾਕਿਸਤਾਨ ਤੋਂ। ਕਿਉਂਕਿ ਟੈਰਰਿਜ਼ਮ ਨੂੰ ਸਸਟੇਨ ਕਰਨ ਵਾਸਤੇ ਉਹਨੂੰ ਇੱਕ ਪੈਸਾ ਚਾਹੀਦਾ ਹੈ, ਦੂਜੀ ਪਬਲਿਸਿਟੀ ਚਾਹੀਦੀ ਹੈ। ਪਬਲਿਸਿਟੀ ਤੇ ਮੀਡੀਆ ਉਹਨੂੰ ਦਿੰਦਾ, ਲੇਕਿਨ ਪੈਸਾ ਉਹਨੂੰ ਮਿਲ ਰਿਹਾ ਇਸ ਸਮੇਂ ਨਾਰਕੋਟਿਕਸ ਦੇ ਥਰੂ। ਤੁਸੀਂ ਡਰੋਨਸ ਦੀ ਗੱਲ ਕੀਤੀ ਹੈ ਮੈਡਮ, ਕਰੋੜੋਂ ਲੋਕ ਤੁਹਾਡਾ ਪ੍ਰੋਗਰਾਮ ਦੇਖ ਰਹੇ, ਮੇਰੀ ਤਰਫੋਂ ਇਹ ਲੈ ਲਓ, ਮੇਰੀ 72 ਸਾਲ ਦੀ ਉਮਰ ਹੈ, ਤੁਹਾਨੂੰ ਇਹ ਦੱਸ ਦੇਣਾ, ਭਲੇ ਹੀ ਉਹਨਾਂ ਦੇ ਕੋਲ ਡਰੋਨ ਹੈ, ਸਾਡੇ ਕੋਲ ਡਰੋਨਾਚਾਰਿਆ ਹੈਗਾ, ਅਸੀਂ ਉਹਨੂੰ ਸਮਝਾ ਦਿਆਂਗੇ, ਉਹਨਾਂ ਦੇ ਡਰੋਨਾਂ ਨੂੰ ਢਾ ਦਿਆਂਗੇ। ਇਹ ਬਹੁਤ ਜਲਦੀ ਅਸੀਂ ਇਹਦੇ ਉੱਪਰ ਕਾਬੂ ਪਾਵਾਂਗੇ, ਕਿਉਂਕਿ ਹੁਣ ਸਾਰੀ ਦੁਨੀਆ ਦੁਖੀ ਹੈ, ਸਾਰੀ ਦੁਨੀਆ ਸਾਨੂੰ ਕਹਿ ਰਹੀ ਹੈ ਬਈ ਇੰਡੀਆ ਤੁਸੀਂ ਲੀਡ ਲਾਓ ਤੇ ਕੁਝ ਦੱਸੋ। ਅਸੀਂ ਪਹਿਲੀ ਕਾਨਫਰੰਸ ਕਰਾਈ ਸੀ ਹਾਲ ਹੀ ਵਿੱਚ, ਕਈ ਮੰਤਰੀ ਆਏ ਸੀ 50 ਜਾਂ 55 ਦੇਸ਼ਾਂ ਤੋਂ, ਅਸੀਂ ਕਿਹਾ ਟੈਰਰ ਫਾਈਨੈਂਸਿੰਗ ਨੂੰ ਬੰਦ ਕਰੋ। ਨੋ, ਹੁਣ ਪੈਸਾ ਨਹੀਂ ਆਏਗਾ। ਸਾਰੀ ਦੁਨੀਆ ਹੁਣ ਕਹਿ ਰਹੀ ਹੈ ਇੰਡੀਆ ਅੱਗੇ ਵਧੋ, ਅਸੀਂ ਤੁਹਾਡੇ ਨਾਲ ਹੈਗੇ। ਇੱਕ
ਇੱਕ ਸਵਾਲ ਇਹ ਵੀ ਹੈਗਾ ਸਰ, ਕਿਉਂਕਿ ਆਪਾਂ ਗੁਜਰਾਤ ਤੋਂ ਸਟਾਰਟ ਕਰੀਏ, ਪਾਕਿਸਤਾਨ ਦਾ ਬਾਰਡਰ ਆਉਂਦਾ, ਚੀਨ ਦਾ ਬਾਰਡਰ ਆਉਂਦਾ, ਨੇਪਾਲ ਦਾ ਬਾਰਡਰ ਆਉਂਦਾ, ਬੰਗਲਾਦੇਸ਼ ਦਾ ਬਾਰਡਰ ਆਉਂਦਾ। ਨੇਪਾਲ ਨਾਲ ਸਾਡੇ ਦੋਸਤਾਨਾ ਰਿਲੇਸ਼ਨਸ਼ਿਪ ਹੈਗੇ ਆ, ਲੇਕਿਨ ਆਪਾਂ ਬਾਕੀ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਕਿਵੇਂ ਵੇਖਦੇ ਹੋ? ਕਿਉਂਕਿ ਸਰਹੱਦ ਇਲਾਕੇ ਦੇ ਉੱਤੇ ਸਾਡੇ ਆਰਮੀ ਜੇ ਹੈ ਬੈਠੀ ਹੈ, ਸਾਡੀ ਰੱਖਿਆ ਕਰ ਰਹੀ ਹੈਗੀ ਹੈ, ਲੇਕਿਨ ਸਭ ਤੋਂ ਵੱਡੀ ਗੱਲ ਹਮੇਸ਼ਾ ਇਹ ਆ ਜਾਂਦੀ ਜਦ ਸੂਬਾ ਸਰਕਾਰ ਦੇ ਨਾਲ ਕਿਲੋਮੀਟਰ ਦੀ ਗੱਲ ਕਰਦੇ, 10 ਤੋਂ 12-15 ਕਿਲੋਮੀਟਰ ਦੀ ਗੱਲ ਆ ਜਾਂਦੀ ਹੈ, ਤਾਂ ਫਿਰ ਉੱਥੇ ਸਵਾਲ ਬਹੁਤ ਚੁੱਕੇ ਜਾਂਦੇ ਨੇ। ਇਸ ਨੂੰ ਕਿਵੇਂ ਵੇਖਦੇ ਹੋ? ਇਹਦਾ ਜਵਾਬ ਮੈਂ ਤੁਹਾਨੂੰ ਬੜੇ ਈਜ਼ੀ ਤਰੀਕੇ ਨਾਲ ਦੇਣਾ ਹੈਗਾ। ਸਾਡੀ ਕਿੰਨੀ ਧਰਤੀ ਹੈਗੀ ਜਿਹੜੀ ਪਿਛਲੇ 75 ਸਾਲ ਚੀਨ ਤੋਂ ਹੜਪ ਕਰਕੇ ਬੈਠਾ ਹੋਇਆ 62 ਦੀ ਲੜਾਈ ਦੇ ਬਾਅਦ, ਉਹਦੇ ਬਾਅਦ ਕੁਛ ਨਹੀਂ ਕਿਹਾ, ਕਿਸੇ ਨੇ ਕੁਛ ਨਹੀਂ ਲਿੱਤਾ। ਤੇ ਇਹ ਕਹਿਣਾ ਕਿ ਉਹ 10 ਕਿਲੋਮੀਟਰ ਆ ਗਏ, 15 ਕਿਲੋਮੀਟਰ ਇਹ ਹੋ ਰਿਹਾ, ਉਹ ਹੋ ਰਿਹਾ, ਇਹ ਸਭ ਕੀ ਕਹਿੰਦੇ ਨੇ, ਕਹਾਵਤ ਹੈ ਨਾ, ਦਿਲ को बहलाने के लिए गालिब ये ख्याल अच्छा है। कुछ नहीं हो ਰਿਹਾ। ਤੁਹਾਡੀ डिप्लोमेसी ਅੱਜ ਨੰਬਰ 1 ਦੁਨੀਆ, ਤੁਹਾਡੀ ਫੌਜ ਅੱਜ ਨੰਬਰ 1 ਦੁਨੀਆ, ਤੁਹਾਡੀ ਪੋਲੀਟੀਕਲ ਯੂਨਿਟੀ ਸੈਂਟਰਲ ਗਵਰਨਮੈਂਟ ਨੰਬਰ 1, ਤੁਹਾਡੀ ਸਟਰੈਂਥ ਜਿਹੜੀ ਹੈਗੀ ਹੈ ਨੰਬਰ 1। ਦੇਖੋ ਮਿਸਾਲ ਤੁਹਾਨੂੰ ਇਹ ਦੇਣਾ, ਹਾਲ ਹੀ ਵਿੱਚ ਨਰਿੰਦਰ ਮੋਦੀ ਆਸਟ੍ਰੇਲੀਆ ਗਏ ਸੀ ਤੇ ਆਸਟ੍ਰੇਲੀਆ ਦੇ ਪ੍ਰਾਈਮ ਮਿਨਿਸਟਰ ਨੂੰ ਰਿਸੀਵ ਕਰਦੇ, ਜਿਹੜੀ ਪਬਲਿਕ ਮੀਟਿੰਗ ਹੋਈ ਸੀ, 20-22 ਹਜ਼ਾਰ ਲੋਕ ਆਏ ਸੀ ਉੱਥੇ ਸਿਡਨੀ ਸਟੇਡੀਅਮ 'ਚ। ਉਹਨਾਂ ਨੇ ਇੱਕ ਰੈਫਰੈਂਸ ਦਿੱਤਾ, ਕਹਿੰਦੇ ਬਈ ਬਰੂਸ ਸਪ੍ਰਿੰਗਸਟੀਨ ਜਿਹੜਾ ਕਿ ਅਮਰੀਕਾ ਦਾ ਅੱਜ ਵੀ ਮੇਰੀ ਉਮਰ ਦਾ ਹੈਗਾ, ਬਹੁਤ ਮਸ਼ਹੂਰ ਸਿੰਗਰ ਹੈਗਾ, ਤੇ ਉਹਨਾਂ ਨੇ ਕਿਹਾ ਬਰੂਸ ਸਪ੍ਰਿੰਗਸਟੀਨ ਵੀ ਜਦ ਇਸ ਸਟੇਡੀਅਮ 'ਤੇ ਆਏ ਸੀ ਇੰਨੇ ਲੋਕ ਨਹੀਂ ਸੀ ਜਿੰਨੇ ਅੱਜ ਹੈਗੇ ਨਰਿੰਦਰ ਮੋਦੀ ਨੂੰ ਰਿਸੀਵ ਕਰਨ ਵਾਸਤੇ। ਤੇ ਉਹਨਾਂ ਨੇ ਇੱਕ ਹੋਰ ਚੀਜ਼ ਕਹੀ ਕਿ ਨਰਿੰਦਰ ਮੋਦੀ ਇਜ਼ ਦ ਬੌਸ। ਇਹ ਜਿਹੜਾ ਸ਼ਬਦ ਹੈ ਦ ਬੌਸ, ਇਹ ਬਰੂਸ ਸਪ੍ਰਿੰਗਸਟੀਨ ਵਾਸਤੇ ਇਸ ਦਾ ਇਸਤੇਮਾਲ ਹੁੰਦਾ ਸੀ, ਕਿਉਂਕਿ ਉਹਨੂੰ ਸਭ ਦ ਬੌਸ 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 ਕਹਿੰਦੇ ਸੀ। ਉਹਨੇ ਨਰਿੰਦਰ ਮੋਦੀ ਨੂੰ ਕਿਹਾ ਤੁਸੀਂ ਬੌਸ ਹੋ। ਪਾਪੂਆ ਨਿਊ ਗਿਨੀ ਗਏ ਪ੍ਰਾਈਮ ਮਿਨਿਸਟਰ, ਮੈਂ ਆਪਣਾ ਦੂਤਾਵਾਸ ਇੰਡੀਆ ਦਾ ਉੱਥੇ ਖੋਲ੍ਹਿਆ ਸੀ। ਜਦ ਗਏ ਤੇ ਉਹਨਾਂ ਦੇ ਪ੍ਰਾਈਮ ਮਿਨਿਸਟਰ ਨੇ ਝੁੱਕ ਕੇ ਉਹਨਾਂ ਦੇ ਕਦਮ ਛੂਹਣੇ ਚਾਹੇ, ਤੇ ਪ੍ਰਾਈਮ ਮਿਨਿਸਟਰ ਨੇ ਥਪਕੀ ਦਿੱਤੀ ਉਹਦੇ ਪਿੱਠ ਤੇ। ਜੋ ਬਾਈਡਨ ਸਾਹਿਬ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਹੈਗੇ, ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਉੱਥੇ ਜਾ ਰਹੇ ਹਨ ਬਹੁਤ ਜਲਦੀ। ਉਹ ਕਹਿੰਦਾ ਹੈਗਾ ਕਿ ਮੈਂ ਤੁਹਾਡੇ ਵਾਸਤੇ ਜਿਹੜਾ ਡਿਨਰ ਹੋਸਟ ਕਰ ਰਿਹਾ ਵਾਈਟ ਹਾਊਸ ਵਿੱਚ, ਜਿਹੜੀ ਬਾਕੀ ਫੰਕਸ਼ਨਸ ਕਰ ਰਹੇ ਇੰਨੇ ਮੇਰੇ ਕੋਲ ਡਿਮਾਂਡ ਆ ਰਹੇ ਨੇ, ਲੋਕੀ ਆਉਣਾ ਚਾਹੁੰਦੇ, ਮੈਂ ਕਿਸ ਤਰ੍ਹਾਂ ਸਭ ਨੂੰ ਅਕੋਮੋਡੇਟ ਕਰਾਂ। ਉਹ ਵੀ ਮਜ਼ਾਕ ਕਹਿਣ ਲੱਗਾ। ਤੇ ਫਿਰ ਕਹਿੰਦਾ ਪ੍ਰਾਈਮ ਮਿਨਿਸਟਰ ਨੂੰ ਬਈ ਆਪਣੀ ਆਟੋਗ੍ਰਾਫ ਮੈਨੂੰ ਦੇ ਦਿਓ, ਕਿਉਂਕਿ ਤੁਸੀਂ ਤਾਂ ਇੰਨੇ ਪਪੂਲਰ ਲੀਡਰ ਹੋ ਗਏ। ਮੈਮ ਇੰਡੀਆ ਦੀ ਰੈਪਿਊਟੇਸ਼ਨ ਇਸ ਵੇਲੇ ਸਕਾਈ ਹਾਈ ਹੈ। ਅਮਰੀਕਾ ਦੇ ਬਾਰੇ ਤੁਹਾਨੂੰ ਇਹ ਦੱਸ ਦੇਣਾ, PM साहब जा रहे हैं, कुछ साड़ी क्रिटिकल इमर्जिंग टेक्नोलॉजीज अग्रीमेंट हो रही हैं। सवाल है क्या अमेरिका नू भारत की ज़रूरत है या भारत नू अमेरिका की ज़रूरत है? तो इस समय जवाब बिल्कुल स्पष्ट है। चाइना चला गया, रूस चला गया, इक्को देश बचा हैगा जिहदे नाल अज अमेरिका दोस्ती करना चाहता है। तो कहता टाइगर भूल चूक माफ़, जो पहले होया सी माफ़ कर दे, हुण असी दोस्ती करांगे ते असी तैयार हाँ। ਸਰ ਤੁਸੀਂ ਗੱਲ ਤਾਂ ਬਹੁਤ ਸੋਹਣੀ ਕੀ, ਲੇਕਿਨ ਇੱਕ ਸਵਾਲ ਮੇਰਾ ਹੋਰ ਹੈ, ਕਿਉਂਕਿ ਇੱਕ ਸਵਾਲਾਂ ਦੀ ਭੁੱਖ ਬਹੁਤ ਹੈਗੀ ਹੈ। ਕਿਉਂਕਿ ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਏ ਤਾਂ ਕਹਿੰਦੇ ਨੇ ਗਵਰਨਰ ਦਿੱਲੀ ਦੇ ਵਿਚਕਾਰ ਬਹੁਤ ਤੰਗ ਕਰਦੇ ਨੇ, ਪੰਜਾਬ ਦੇ ਵਿਚਕਾਰ ਬਹੁਤ ਤੰਗ ਕਰਦੇ ਨੇ, ਟਸਲਵਾਰ ਬਹੁਤ ਜ਼ਿਆਦਾ ਚੱਲ ਰਹੀ ਹੈ। ਇਸ ਨੂੰ ਕਿਵੇਂ ਵੇਖਦੇ ਹੋ? ਕਿਤੇ ਕਿਤੇ ਇਸ ਟਸਲਵਾਰ ਦੇ ਵਿਚਕਾਰ ਆਮ ਮੁੱਦੇ ਭਟਕ ਜਾਂਦੇ ਨੇ। ਸਰ ਤੁਸੀਂ ਦੇਖ ਰਹੇ ਹੋ ਕਿ ਤਰੱਕੀ ਹੋ ਰਹੀ ਹੈ ਪੰਜਾਬ ਵਿੱਚ, ਤੁਸੀਂ ਦੇਖ ਰਹੇ ਹੋ ਕਿ ਦਿੱਲੀ 'ਚ ਕਿੰਨੀ ਤਰੱਕੀ ਡਿਵੈਲਪਮੈਂਟ ਹੋ ਰਹੀ ਹੈ। ਅਗਰ ਕੋਆਪਰੇਸ਼ਨ ਨਾ ਮਿਲਦਾ ਤੇ ਡਿਵੈਲਪਮੈਂਟ ਕਿੱਥੋਂ ਹੋਣੀ ਸੀ? ਇਹ ਸਭ ਕੁਝ ਪੋਲੀਟੀਕਲ ਹੈਗਾ। ਮੈਂ ਪੋਲੀਟੀਕਲ ਚੀਜ਼ਾਂ 'ਚ ਅਸੀਂ ਨਹੀਂ ਪੈਂਦੇ, ਅਸੀਂ ਸਿਰਫ ਇਕਨੋਮਿਕ ਡਿਵੈਲਪਮੈਂਟ ਦੇਖ ਰਹੇ ਹਾਂ। ਜਿਸ ਵੇਲੇ ਇਕੋਨਮੀ ਤੁਹਾਡੀ ਤਗੜੀ ਹੋ ਜਾਂਦੀ, ਤੁਸੀਂ ਜਾਣਦੇ ਹੋ ਇਨਫਲੇਸ਼ਨ, ਮਹਿੰਗਾਈ ਦਾ ਸਾਡਾ ਜਿਹੜਾ ਫਿਗਰ ਹੈਗਾ ਉਹ 4.5% ਤੋਂ ਘੱਟ ਹੈਗਾ ਪਿਛਲੇ ਮਹੀਨੇ ਜਿਹੜੇ ਲੇਟੈਸਟ ਫਿਗਰਸ ਆਏ। ਗਰੋਥ ਸਾਡੀ 7% ਦੇ ਆਸ-ਪਾਸ ਹੈ, ਜਿਹੜਾ ਅਸੀਂ ਐਂਟੀਸਿਪੇਟ ਕੀਤਾ ਸੀ ਕੇਂਦਰੀ ਸਰਕਾਰ ਨੇ ਉਸ ਤੋਂ ਜ਼ਿਆਦਾ। IMF ਕੀ ਕਹਿੰਦਾ ਬਈ ਦੁਨੀਆ ਵਿੱਚ ਸੂਰਜ ਡੂਬ ਰਹੇ ਨੇ ਪਰ ਇੱਕ ਚਮਕਦਾ ਸਿਤਾਰਾ ਹੈ, ਉਹ ਚਮਕਦਾ ਸਿਤਾਰਾ ਇੰਡੀਆ ਹੈਗਾ। ਸਾਰੀ ਦੁਨੀਆ ਅਗਰ ਇਹ ਕਹਿ ਰਹੀ ਹੈ ਤਾਂ ਛੋਟੇ-ਮੋਟੇ ਗੱਲਾਂ 'ਚ ਪੈਣ ਦਾ ਕੀ ਫਾਇਦਾ ਹੈਗਾ? ਇੰਡੀਆ ਹੈਜ਼ ਗਰੋਨ ਮਚ ਬਿਗਰ। ਕਹਿੰਦੇ ਭਾਰਤ ਆਪਣੇ ਆਪ ਤੋਂ ਬੜਾ ਹੋ ਚੁੱਕਾ ਹੈ। ਸਾਰੀ ਦੁਨੀਆ ਅੱਜ ਇੰਡੀਆ ਨੂੰ ਦੇਖ ਰਹੀ ਹੈ। ਜਿਸ ਵੇਲੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਜਿਹੜੇ ਡਿਵੈਲਪਿੰਗ ਕੰਟਰੀਜ਼ ਹੈਗੇ G20 ਦੀ ਮੀਟਿੰਗਸ ਹੋ ਰਹੀ ਸੀ, PM ਸਾਹਿਬ ਨੇ ਕਿਹਾ ਕਿ ਤੁਸੀਂ ਬਹੁਤ ਛੋਟੇ ਦੇਸ਼ ਹੋ। ਤੁਹਾਡੀ PM ਸਾਹਿਬ ਨੇ ਨਹੀਂ ਕਿਹਾ ਉਹ ਹੈਗੇ ਛੋਟੇ ਦੇਸ਼, ਉਹਨਾਂ ਦੀ ਕੋਈ ਸੁਣਦਾ ਨਹੀਂ। ਮੈਂ ਲਿਸੋਥੋ ਸਪੈਸ਼ਲ ਐਡਵਾਈਜ਼ਰ ਹਾਂ, ਸਾਊਥ ਸੁਡਾਨ, ਗਿਨੀ ਬਿਸਾਓ, ਕੋਈ ਨਹੀਂ ਸੁਣਦਾ। ਛੋਟੇ-ਮੋਟੇ ਦੇਸ਼ ਲੋਕਾਂ ਨੇ ਨਾਂ ਵੀ ਨਹੀਂ ਸੁਣੇ, ਲੇਕਿਨ ਅਸੀਂ ਕਿਹਾ ਅਸੀਂ ਤੁਹਾਡੀ ਆਵਾਜ਼ ਉਠਾਵਾਂਗੇ। ਤੇ ਜਿਸ ਵੇਲੇ ਅਸੀਂ ਉਹਨਾਂ ਦੀ ਆਵਾਜ਼ ਉਠਾਈ, ਇਹ ਜਿਹੜੀ ਡਿਵੈਲਪਮੈਂਟ ਮਿਨਿਸਟਰਸ G20 ਦੇ ਹੈਗੇ ਨੇ, ਉਹਨਾਂ ਦੀ ਵਾਰਾਣਸੀ 'ਚ ਮੀਟਿੰਗ ਹੋਈ, ਉਹਨਾਂ ਦੀ ਆਵਾਜ਼ ਉਠਾਈ ਇਨ ਦੇਸ਼ਾਂ ਦੀ। ਅਸੀਂ ਕਿਹਾ ਕਿ ਤੁਸੀਂ ਦੇਖੋ ਲਾਈਫ ਸਟਾਈਲ ਫॉर ਐਨਵਾਇਰਨਮੈਂਟ ਕਰੋ, ਤੁਸੀਂ ਐਨਵਾਇਰਨਮੈਂਟ ਜਿਹੜਾ ਹੈਗਾ ਜਲਵਾਯੂ ਉਹਦੀ ਰੱਖਿਆ ਕਰੋ, ਤੁਸੀਂ ਇਕਨੋਮਿਕ ਰਿਕਵਰੀ ਦੀ ਗੱਲ ਕਰੋ। ਕਈ ਦੇਸ਼ਾਂ ਨੇ ਸਾਨੂੰ ਕਿਹਾ ਥੈਂਕ ਯੂ ਵੈਰੀ ਮਚ, ਤੁਸੀਂ ਸਾਡੀ ਆਵਾਜ਼ ਉਠਾਈ ਹੈ। ਅਤੇ ਕੁਛ ਤਾਂ ਮੇਰੇ ਜਿਹੜੇ ਮਿਨਿਸਟਰਸ ਹੈਗੇ ਨੇ 3 ਦੇਸ਼ਾਂ ਨੂੰ, ਉਹਨੇ ਮੈਨੂੰ ਫੋਨ ਕਰਕੇ ਕਿਹਾ ਕਿ ਮਿਸਟਰ ਅੰਬੈਸਡਰ ਅਸੀਂ ਚੁਣ ਲਿਆ ਹੈਗਾ, ਸਾਡਾ ਚੋਇਸ ਹੈਗਾ ਇੰਡੀਆ। तो मैं जवाब देता मुस्कुराते हुए, मैं क्या यही है राइट चॉइस बेबी।
ਜੀ ਸਰ, ਮੈਂ ਪੁੱਛਣਾ ਚਾਹਾਂਗੀ ਪ੍ਰਧਾਨ ਮੰਤਰੀ ਮੋਦੀ ਨਾਲ ਜੇ ਤੁਹਾਡੀ ਮੁਲਾਕਾਤ ਹੁੰਦੀ ਹੈ ਤਾਂ ਸਭ ਤੋਂ ਜ਼ਿਆਦਾ ਗੱਲਬਾਤ ਕਿਸ ਮੁੱਦੇ ਤੇ ਹੁੰਦੀ ਹੈ, ਤੇ ਉਹਨਾਂ ਨੂੰ ਕਿਉਂਕਿ ਹਮੇਸ਼ਾ ਲੋਕ ਵੀ ਦਰਸ਼ਕ ਵੀ ਬੈਠੇ ਦੇਖਣਾ ਚਾਹੁੰਦੇ ਨੇ ਕਿ ਬਹੁਤ ਸਾਰੇ ਮੁੱਦੇ ਨੇ ਭਾਰਤ ਦੇ ਵਿਚਕਾਰ, ਲੇਕਿਨ ਜਦ ਤੁਹਾਡੀ ਮੁਲਾਕਾਤ ਹੁੰਦੀ ਹੈ ਕੀ ਗੱਲਬਾਤ ਹੁੰਦੀ ਹੈ? ਮੈਂ ਸਿਰਫ ਇੰਨਾ ਕਹਾਂਗਾ ਕਿ ਫੋਰਗੇਟ ਅਬਾਊਟ ਇੰਡੀਵਿਜੂਅਲ ਮੀਟਿੰਗ। ਉਸ ਵਿਅਕਤੀ ਦੇ ਦਿਲ ਵਿੱਚ, ਉਹਦੇ ਦਿਮਾਗ ਵਿੱਚ, ਉਹਦੀ ਆਤਮਾ 'ਚ ਇੱਕੋ ਸ਼ਬਦ ਹੈਗਾ, ਉਹ ਸ਼ਬਦ ਹੈ ਇੰਡੀਆ। ਤੇ ਤੁਸੀਂ ਉਹ ਜਿਹੜੀ ਉਹਨਾਂ ਦੀ ਸ਼ਾਇਦ ਦੇਖੀ ਹੋਣੀ ਹੈ, ਉਹਨਾਂ ਦੇ ਇੱਕ ਫਿਲਮ भी बनी सी, डॉक्यूमेंट्री, ਜਿਹਦੇ 'ਚ ਕਹਿੰਦੇ ਨੇ ਜੋ देश को चाहते हैं वो और कुछ नहीं चाहते। तो उन्होंने कहा थी कि सौगंध मुझे इस मिट्टी की, ये देश नहीं झुकने दूंगा। ਇਹ ਤੋਂ ਜ਼ਿਆਦਾ ਮੈਂ ਕੀ ਕਹਿ ਸਕਦਾ। ਸਰ ਮੈਨੂੰ ਇੱਕ ਟਿਪ ਦੇ ਜਾਓ, ਕਿਉਂਕਿ ਤੁਸੀਂ ਦੂਰਦਰਸ਼ਨ ਦੇ ਬਹੁਤ ਵੱਡੇ ਇੱਕ ਐਂਕਰ ਰਹੇ ਹੋ, ਤੁਹਾਡੀ ਆਵਾਜ਼ ਬਹੁਤ ਮੁਕੰਮਲ ਭਾਰੀ ਵੀ ਹੈ, ਹਜੇ ਵੀ ਤੁਸੀਂ ਉਸੇ ਤਰੀਕੇ ਨਾਲ ਉਹੀ ਗਰਮਜੋਸ਼ੀ ਨਾਲ ਗੱਲਬਾਤ ਕਰਦੇ ਹੋ, ਲੇਕਿਨ ਇਹ ਜੋ ਸਫ਼ਰ ਰਿਹਾ ਹੈਗਾ ਇਸ ਦੇ ਵਿਚਕਾਰ ਤੁਸੀਂ ਮੈਨੂੰ ਦੱਸੋ ਕਿ ਮੈਂ ਕਿਵੇਂ ਅੱਗੇ ਜਾ ਸਕਦੀ ਹਾਂ, ਮੈਨੂੰ ਕੀ ਕਿਸ ਲੋੜ ਹੈਗੀ ਹੈ? ਜੋ ਮੈਂ ਦੇਖ ਰਿਹਾ ਨਾ ਇਸ ਕੁੜੀ ਦੇ ਬਾਰੇ 'ਚ, ਇਹ ਸਰਵਸ਼੍ਰੇਸ਼ਠ ਐਂਕਰ ਬਹੁਤ ਜਲਦੀ ਬਣੇਗੀ। ਇਹਦੇ ਜਨੂਨ ਹੈ, ਇਹਦੇ ਜੋਸ਼ ਹੈ, ਇਹਦੇ 'ਚ ਕਮਿਟਮੈਂਟ ਹੈ, ਇਹਦੇ 'ਚ ਪੈਸ਼ਨ ਹੈਗਾ। ਇਹ ਸਭ ਮਿਲਾ ਕੇ ਤੁਸੀਂ ਦੇਖਦੇ ਜਾਓ। ਮੈਂ ਜਿਉਂਦਾ ਰਵਾਂ ਨਾ ਰਵਾਂ ਮੈਨੂੰ ਨਹੀਂ ਪਤਾ, ਕਿਉਂਕਿ ਮੇਰੀ ਉਮਰ ਹੋ ਚੁੱਕੀ ਹੈ, ਲੇਕਿਨ ਇਹ ਕੁੜੀ ਜਿਹੜੀ ਹੈਗੀ ਹੈ ਜੋ ਮੇਰੇ ਨਾਲ ਇਸ ਵੇਲੇ ਗੱਲਬਾਤ ਕਰ ਰਹੀ ਹੈ, ਸ਼ੀ ਇਜ਼ ਦ ਬੈਸਟ, ਦੀ ਅਦਰਸ ਆਰ ਦ ਰੈਸਟ। ਬਹੁਤ ਬਹੁਤ ਧੰਨਵਾਦ ਪ੍ਰਸ਼ੰਸਾ ਦੇ ਲਈ। ਤੇ ਤੁਹਾਨੂੰ ਦੱਸਦੀ ਹੈ ਕਿ ਸਰ ਦਾ ਕਹਿਣਾ ਹੈ ਕਿ ਅਮਰੀਕਾ ਨੂੰ ਭਾਰਤ ਦੀ ਲੋੜ ਪੈ ਗਈ ਹੈ ਤੇ ਭਾਰਤ ਨੂੰ ਅਮਰੀਕਾ ਦੀ ਲੋੜ ਨਹੀਂ ਹੈਗੀ, ਕਿਉਂਕਿ ਵਿਕਾਸ ਅਸੀਂ ਕਰ ਰਹੇ ਹਾਂ, ਲੇਕਿਨ ਸਭ ਤੋਂ ਵੱਡੀ ਗੱਲ ਆਉਣ ਵਾਲੇ ਦਿਨਾਂ ਦੇ ਵਿਚਕਾਰ ਅਮਰੀਕਾ ਦੇ ਨਾਲ ਕੀ ਸੰਬੰਧ ਰਹਿਣ ਵਾਲੇ, ਭਾਰਤ ਦੇ ਕੀ ਕੁਝ ਗੱਲਬਾਤ ਹੁੰਦੀ ਹੈ, ਪ੍ਰਧਾਨ ਮੰਤਰੀ ਮੋਦੀ ਉੱਥੇ ਵਿਜ਼ਿਟ ਕਰਦੇ ਨੇ ਤਾਂ ਉਹ ਦੇਖਣਾ ਹੋਵੇਗਾ। ਕੈਮਰਾਮੈਨ ਦੀਪਕ ਦੇ ਨਾਲ ਨੀਰੂ ਬਿਜਰਮਾਨ, ਦੈਨਿਕ ਸਵੇਰਾ ਟੀਵੀ।